ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਾफ़ ਕਰਨਾ ਥੋੜ੍ਹੀ ਨੈਟਵਰਕ ਪ੍ਰੋਬਲਮ ਹੋਣ ਕਰਕੇ ਤੇ ਕਨੈਕਸ਼ਨ ਕੱਟ ਗਿਆ ਸੀਗਾ ਤੇ ਆਪਾਂ ਦੁਬਾਰਾ ਤੋਂ ਜੁੜੇ ਆਂਗੇ। ਆਪਾਂ ਗੱਲ ਕਰ ਰਹੇ ਸੀਗੇ ਯੋਗ ਮਤ ਦੇ ਬਾਰੇ, ਜਿਹਦੇ ਵਿੱਚ ਆਪਣੀ ਗੱਲ ਯੋਗ ਮਤ ਦੇ ਅਰਥਾਂ ਤੱਕ ਹੋ ਚੁੱਕੀ ਹੈ ਵੀ ਯੋਗ ਦੇ ਅਰਥ ਕੀ ਨੇ। ਅੱਗੇ ਹੈ ਯੋਗ ਮਤ ਦੇ ਜਿਹੜੇ ਪ੍ਰਥਮ ਦਾਰਸ਼ਨਿਕ ਪਤੰਜਲੀ ਨੇ ਚਿੱਤ ਦੀਆਂ ਬਿਰਤੀਆਂ ਨੂੰ ਚਿੱਤ ਦੀਆਂ ਬਿਰਤੀਆਂ ਨੇ ਸਾਡੀਆਂ ਨੂੰ ਸੱਚ ਵੱਲੋਂ ਤੋੜਨ ਵਾਲੀਆਂ ਕਿਰਿਆਵਾਂ ਨੇ ਉਸ ਨੂੰ ਯੋਗ ਕਿਹਾ। ਉਹ ਬਿਰਤੀਆਂ ਨੂੰ ਰੋਕਣਾ, ਮਾਫੀ ਚਾਹੁੰਦਾ, ਉਸ ਬਿਰਤੀਆਂ ਨੂੰ ਰੋਕਣਾ ਯੋਗ ਕਹਿੰਦਾ ਹੈ। ਮਨ ਦੀਆਂ ਬਿਰਤੀਆਂ ਨੂੰ ਰੋਕ ਲੈਣਾ ਯੋਗ ਹੁੰਦਾ ਹੈ। ਜੋਗਰਸ ਚਿੱਤ ਬ੍ਰਿਤੀ, ਇਹ ਯੋਗ ਮਤ ਦੇ ਵਿੱਚ ਲਿਖਿਆ ਜੋਗਸਰ ਚਿੱਤ ਬ੍ਰਿਤੀ ਨਿਰੋਧ ਪਤੰਜਲੀ ਦਰਸ਼ਨ, ਤੇ ਇਹ ਪਤੰਜਲੀ ਦਰਸ਼ਨ ਦੇ ਵਿੱਚ ਲਿਖਿਆ ਗਿਆ ਹੈ। ਇਹਦਾ ਜਿਹੜਾ ਹੈ ਸੂਤਰ 2 ਦੇ ਵਿੱਚ ਲਿਖਿਆ ਗਿਆ ਹੈ। ਪਤੰਜਲੀ ਰਿਸ਼ੀ ਨੇ ਆਪਣੇ ਯੋਗ ਦਰਸ਼ਨ ਦੇ ਅਤੇ ਚੌਹਾਂ ਵਰਗਾਂ ਦਾ ਅਧਿਆਵਾਂ ਦੇ ਹੇਠ ਲਿਖੇ ਨਾਮ ਰੱਖੇ ਨੇ: ਸਮਾਧੀ ਪਾਦ, ਸਾਧਨਾ ਪਾਦ, ਵਿਭੂਤੀ ਪਾਦ ਤੇ ਕੈਵਲਿਆ ਪਾਦ। ਇਹ 4 ਨੇ। ਜਿਹੜਾ ਕੈਵਲਿਆ ਪਾਦ ਹੈ ਉਹਨੂੰ ਮੁਕਤੀ ਕਿਹਾ ਗਿਆ। ਜ਼ਿਆਦਾਤਰ ਜਿਹੜੀ ਗੱਲ ਹੈ ਉਹ 4 ਖੰਡ ਦੀ ਗੱਲ ਚੱਲਦੀ ਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ 4 ਹੀ ਖੰਡ ਦੱਸੇ ਨੇ, ਇਹਨੇ ਵੀ ਇੱਥੇ 4 ਹੀ ਗੱਲਾਂ ਕੀਤੀਆਂ ਨੇ। ਤੇ ਪਰ 4 ਖੰਡਾਂ ਦੇ ਬਾਅਦ ਗੁਰੂ ਪਾਤਸ਼ਾਹ ਜੀ ਨੇ ਨਾਲ ਸੱਚਖੰਡ ਦੀ ਗੱਲ ਕੀਤੀ ਹੈ, ਸੱਚ ਘਰ ਦੀ ਗੱਲ ਕੀਤੀ ਹੈ। ਸਮਾਧੀ ਪਾਦ ਵਿੱਚ ਯੋਗ ਦੇ ਸਿਧਾਂਤਾਂ ਦੀ ਵਿਆਖਿਆ ਹੈ। ਸਾਧਨਾ ਪਾਦ ਵਿੱਚ ਸਾਧਨ ਜਾਂ ਅਭਿਆਸ ਦੀਆਂ ਵਿਧੀਆਂ ਨੇ। ਵਿਭੂਤੀ ਪਾਦ ਵਿੱਚ ਰਿੱਧੀਆਂ ਸਿੱਧੀਆਂ ਦਾ ਵਰਣਨ ਹੈ। ਕੈਵਲਿਆ ਪਾਦ ਵਿੱਚ ਚਿੱਤ ਸ਼ਕਤੀ ਅਤੇ ਆਪਣੇ ਸਰੂਪ ਵਿੱਚ ਸਥਿਰ ਹੋਣ ਤੇ ਚਾਨਣਾ ਪਾਇਆ ਗਿਆ। ਪਦਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਿੱਤੇ ਹੋਏ ਨੇ, ਵਿਆਖਿਆ ਕੀਤੀ ਹੋਈ ਆ। ਦੁਬਾਰਾ ਫਿਰ ਦੱਸਦਾ। ਸਮਾਧੀ ਪਾਦ ਦੇ ਵਿੱਚ ਯੋਗ ਦੇ ਸਿਧਾਂਤਾਂ ਦੀ ਵਿਆਖਿਆ ਕੀਤੀ ਗਈ। ਦੂਜੇ ਨੰਬਰ ਤੇ ਹੈ ਸਾਧਨਾ ਪਾਦ। ਸਾਧਨਾ ਦੇ ਵਿੱਚ ਅਭਿਆਸ ਤੇ ਕਿਵੇਂ ਕਰਨੇ ਨੇ, ਅਭਿਆਸ ਉਹਦੀਆਂ ਵਿਧੀਆਂ ਦੱਸੀਆਂ ਗਈਆਂ ਨੇ। ਤੀਜਾ ਹੈ ਵਿਭੂਤੀ ਪਾਦ। ਇਸ ਵਿੱਚ ਰਿੱਧੀਆਂ ਸਿੱਧੀਆਂ ਵੀ ਰਿੱਧੀਆਂ ਕਰਦੀਆਂ ਨੇ, ਉਹਨਾਂ ਦਾ ਕੰਮ ਕੀ ਹੈ, ਕੀ ਕੰਮ ਲੈਂਦੇ ਸੀ ਯੋਗੀ, ਕੀ ਕਰਦੇ ਨੇ, ਉਹ ਇੱਦਾਂ ਦੀਆਂ ਗੱਲਾਂ ਕੀਤੀਆਂ ਗਈਆਂ। ਤੇ ਅੱਗੇ ਹੈ ਚੌਥੇ ਨੰਬਰ ਤੇ ਵਿੱਚ ਕੀ ਹੈ, ਚਿੱਤ ਸ਼ਕਤੀ ਹੈ, ਜਿਹੜੀ ਸਾਡੀ ਚੇਤਨਤਾ ਸ਼ਕਤੀ ਆਪਣੇ ਸਰੂਪ ਵਿੱਚ ਸਥਿਰ ਹੋਣ। ਯੋਗ ਦਾ ਨਿਸ਼ਾਨਾ ਅੱਗੇ ਹੈ ਕਿ ਮਨੁੱਖ ਹੋ ਜਾਏ, ਇੰਦਰੀਆਂ ਉੱਤੇ ਮਨ ਦੇ ਫੁਰਨਿਆਂ ਦਾ ਕੋਈ ਅਸਰ ਹੀ ਨਾ ਹੋਵੇ ਤੇ ਸਰੀਰ ਮੁਰਦੇ ਦੇ ਸਮਾਨ ਹੋਵੇ। ਇਸ ਅਵਸਥਾ ਦਾ ਨਾਮ ਕੈਵਲਿਆ ਰੱਖਿਆ ਗਿਆ ਹੈ। ਇਹਨਾਂ ਦਾ ਪਦ ਹੈ ਉਸ ਨੂੰ ਕੈਵਲਿਆ ਕਹਿੰਦੇ ਨੇ, ਜਿੱਥੇ ਜਾ ਕੇ ਸਰੀਰ ਭਾਵ ਕੇ ਪੱਥਰ ਰੂਪ ਹੋ ਜੇ, ਇੰਦਰੀਆਂ ਦੇ ਉੱਤੇ ਮਨ ਦਾ। ਪੁਰਾਣੇ ਸਮਿਆਂ ਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਮਨੁੱਖੀ ਸਰੀਰ ਵਿੱਚ 72,000 ਨਾੜੀਆਂ ਨੇ। ਪੁਰਾਣੇ ਸਮਿਆਂ ਦੇ ਵਿੱਚ ਇਹ ਮੰਨਿਆ ਗਿਆ। ਪੁਰਾਤਨ ਕਈ ਜਿਹੜੇ ਧਾਰਮਿਕ ਸੋਰਸਸ ਸੀ ਉਹਨਾਂ ਵਿੱਚ ਵੀ ਇਹ ਗੱਲ ਮੰਨੀ ਗਈ, ਗ੍ਰੰਥਾਂ ਦੇ ਵਿੱਚ ਵੀ, ਕਿ ਸਰੀਰ ਦੇ ਵਿੱਚ 72,000 ਨਾੜੀਆਂ ਨੇ ਜੋ ਦਿਲ ਵਿੱਚੋਂ ਫੁੱਟਦੀਆਂ ਹਨ। ਜਿਸ ਜਿਸ ਥਾਂ ਤੇ ਇਹ ਨਾੜੀਆਂ 4 ਪਾਸਿਆਂ ਤੋਂ ਆ ਕੇ ਮਿਲਦੀਆਂ ਹਨ ਉੱਥੇ ਪਦਮ ਜਾਂ ਕਮਲ ਬਣਦੇ ਨੇ। ਇਹ ਯੋਗ ਮਤ ਦੀ ਵਿਚਾਰ ਆ। ਇਹ ਕਮਲ ਹਰ ਕਿਸਮ ਦੇ ਸਰੀਰਕ ਕੰਮ ਕਰਨ ਲਈ ਤਾਕਤ ਦਾ ਸੋਮਾ ਮੰਨੇ ਗਏ ਹਨ। ਇਕੱਠ
ਉਪਨਿਸ਼ਦ ਵਿੱਚ ਲਿਖਿਆ ਹੈ। ਕੱਠ ਉਪਨਿਸ਼ਦ ਹੈ ਇੱਕ ਕੱਠ। ਲਿਖਿਆ ਗਿਆ ਹੈ ਕਿ ਦਿਲ ਵਿੱਚ 6100 ਨਾੜੀ ਹੈ। ਉਹਨਾਂ ਵਿੱਚੋਂ ਇੱਕ ਸੁਖਮਣਾ ਸਿਰ ਨੂੰ ਜਾਂਦੀ ਹੈ। ਮੌਤ ਸਮੇਂ ਇਸ ਦੇ ਰਸਤੇ ਜੀਵ ਉੱਪਰ ਚੜ੍ਹ ਕੇ ਅਮਰ ਹੁੰਦਾ ਹੈ। ਇਹ ਯੋਗ ਮਤ ਦੀ ਫਿਲਾਸਫੀ ਆ। ਗਿਆਨ ਸਰੋਦਇਆ ਪ੍ਰਾਣਾਯਾਮ ਦੀ ਇੱਕ ਸ਼ਾਖ ਹੈ। ਇਹਦੇ ਅਨੁਸਾਰ ਇੱਕ ਨਾੜੀ ਇੜਾ ਸੱਜੀ ਨਾਸ ਨੂੰ ਆਉਂਦੀ ਹੈ, ਪਿੰਗਲਾ ਖੱਬੀ ਨਾਸ ਵੱਲ ਆਉਂਦੀ ਹੈ, ਸੁਖਮਣਾ ਦਸਮ ਦੁਆਰ ਨੂੰ ਜਾਂਦੀ ਹੈ। ਅੱਗੇ ਯੋਗ ਦੇ 8 ਅੰਗ ਮੰਨੇ ਗਏ ਨੇ। 8 ਅੰਗ ਨੇ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਆਹਾਰ, ਧਾਰਨਾ, ਧਿਆਨ, ਸਮਾਧੀ। ਇਹ 8 ਕਰਮ ਨੇ ਤੇ ਇਹ 8 ਅੰਗ ਨੇ। 8 ਅੰਗ ਮੰਨੇ ਗਏ ਨੇ। ਮਤਲਬ ਪਤੰਜਲੀ ਦੇ ਯੋਗ ਸ਼ਾਸਤਰ ਦੇ ਦੂਜੇ ਅਧਿਆਏ ਸਾਧਨਾ ਪਾਦ ਵਿੱਚ ਯੋਗ ਦੇ 8 ਅੰਗਾਂ ਦੀ ਚਰਚਾ ਕੀਤੀ ਗਈ ਆ। ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਆਹਾਰ, ਧਾਰਨਾ, ਧਿਆਨ ਤੇ ਸਮਾਧੀ। ਤੇ ਇਹ ਤੋਂ ਬਾਅਦ ਆਉਂਦੇ ਨੇ ਖਟ ਕਰਮ। ਖਟ ਦਾ ਅਰਥ ਹੈ 6 ਕਰਮ। 6 ਕਰਮ ਕਿਹੜੇ ਕਿਹੜੇ ਮੰਨੇ ਗਏ ਨੇ ਯੋਗੀਆਂ ਦੇ ਵਿੱਚ? ਬਾਣੀ ਵਿੱਚ ਵੀ ਆਉਂਦਾ ਖਟ ਕਰਮ ਆ ਰਿਹਾ ਤੇ ਆਦਿਕ ਗੱਲ ਆਉਂਦੀ ਹੈ। ਉਹਦੇ ਵਿੱਚ ਪਹਿਤਾ ਹੈ ਨੀਤੀ, ਧੋਤੀ, ਬਸਤੀ, ਨਿਉਲੀ, ਗਜ ਕਰਮ। ਤੇ ਇਹਨਾਂ ਬਾਰੇ ਮੈਂ ਥੋੜ੍ਹੀ ਵਿਚਾਰ ਦੇ ਦਿਆਂ। ਜਿਹੜੇ ਪਹਿਲਾਂ 8 ਅੰਗ ਸੀ ਉਹਨਾਂ ਬਾਰੇ ਵੀ। ਯਮ ਨਾਲ ਸਾਫ ਸੁਥਰਾ ਵਿਹਾਰ ਰੱਖਣ ਵਾਸਤੇ ਆਪਣੇ ਉੱਤੇ ਲਾਈ ਪਾਬੰਦੀ ਦਾ ਨਾਮ ਯਮ ਹੈ। ਵੀ ਹੋਰਾਂ ਦੂਜਿਆਂ ਨਾਲ ਚੰਗਾ ਵਿਵਹਾਰ ਕਰਨਾ, ਆਪਣੇ ਆਪ ਦੇ ਉੱਤੇ ਇਹ ਪਾਬੰਦੀ ਲਾਈ ਗਈ ਆ ਵੀ ਹੋਵੇ ਚਾਹੇ ਲੜਨਾ ਪਰ ਚੰਗਾ ਵਿਵਹਾਰ ਕਰਨਾ। ਭਾਈਚਾਰਕ ਜੀਵਨ ਸਾਵਾਂ ਪੱਧਰ ਰੱਖਣ ਲਈ ਇਸ ਦੀ ਅਤਿਅੰਤ ਲੋੜ ਹੈ। ਜਮ 10 ਕਿਸਮ ਦਾ ਮਿਥਿਆ ਗਿਆ ਹੈ। ਹੁਣ 10 ਕਿਸਮ ਇਹਦੀਆਂ ਅੱਗੇ ਨੇ। ਅਹਿੰਸਾ, ਸੱਤਿਆ, ਅਸੱਤਿਆ ਤੇ ਬ੍ਰਹਮਚਾਰਿਆ, ਖੇਮਾ, ਧੀਰਜ, ਦਇਆ, ਆਰਜਵ, ਮਿਤਾਹਾਰ ਤੇ ਸ਼ੌਚ। ਸ਼ੌਚ ਕਹਿੰਦੇ ਨੇ ਅੰਦਰਲੀ ਤੇ ਬਾਹਰਲੀ ਪਵਿੱਤਰਤਾ। ਅੱਗੇ ਦੂਜਾ ਅੰਗ ਇਹਦਾ ਨਿਯਮ। ਆਪਣੇ ਅੰਦਰ ਸ਼ਾਂਤੀ ਕਾਇਮ ਰੱਖਣ ਵਾਸਤੇ ਆਪਣੇ ਉੱਤੇ ਨਿਯਮ ਹੈ। ਇਹਦੇ ਅੱਗੇ 10 ਕਿਸਮਾਂ ਨੇ ਇਹਦੀਆਂ ਵੀ। ਤਪ, ਸੰਤੋਖ, ਆਸਤਿਕਤਾ, ਦਾਨ, ਈਸ਼ਵਰ ਭਗਤੀ, ਸਿਧਾਂਤ, ਸ਼ਰਵਣ, ਤ੍ਰਿਹਰੀ ਨੇ, ਮਤੀ, ਸਰਦਾ, ਜਪ ਤੇ ਹੁਤੀ। ਇਹ 10 ਨੇ। ਅੱਗੇ ਹੈ ਆਸਣ। ਹੁਤੀ ਦਾ ਅਰਥ ਹੈ ਆਦਿਕ। ਤੇ ਆਸਣ ਦੇ ਵਿੱਚ ਦਾ ਵਿਸ਼ੇਸ਼ ਢੰਗ ਹੈ। ਆਸਣਾਂ ਦੇ ਅਭਿਆਸ ਨਾਲ ਸਰੀਰ ਦੇ ਲਹੂ ਦਾ ਗੇੜ ਠੀਕ ਚਾਲ 'ਚ ਰਹਿੰਦਾ ਹੈ। ਸਰੀਰ ਦੇ ਸਾਰੇ ਪੱਠੇ ਨਿਰੋਏ ਤੇ ਸਾਫ਼ ਰਹਿੰਦੇ ਨੇ। ਸਾਰੀਆਂ ਆਂਦਰਾਂ ਦੀ ਕੁਦਰਤੀ ਚਾਲ ਠੀਕ ਹਾਲਤ ਵਿੱਚ ਟਿਕੀ ਰਹਿੰਦੀ ਹੈ। ਸਰੀਰ ਸਵਸਥ ਰਹਿੰਦਾ ਹੈ। ਆਸਣ 18 ਮੰਨੇ ਗਏ ਨੇ। ਅੱਗੇ 18 ਆਸਣ ਨੇ। ਅਗਲਾ ਚੌਥਾ ਅੰਗ ਹੈ ਪ੍ਰਾਣਾਯਾਮ। ਕੁਝ ਨਿਯਮ ਅਨੁਸਾਰ ਸਾਹ ਅੰਦਰ ਖਿੱਚਣਾ, ਜਿਹਨੂੰ ਪੂਰਕ ਕਿਹਾ ਜਾਂਦਾ, ਸਾਹ ਬਾਹਰ ਕੱਢਣਾ, ਰੇਚਕ। ਇਹ ਬਾਣੀ ਵਿੱਚ ਵੀ ਸ਼ਬਦ ਹੁੰਦੇ ਨੇ। ਪੂਰਕ, ਰੇਚਕ, ਕੁੰਭਕ, ਇਹ ਆਦਿਕ ਸਾਰੇ ਵਰਤੇ ਗਏ ਨੇ। ਅਤੇ ਅੰਦਰ ਰੋਕ ਕੇ ਰੱਖਣਾ ਕਹਿੰਦੇ ਨੇ ਕੁੰਭਕ। ਇਸ ਅਭਿਆਸ ਨੂੰ ਪ੍ਰਾਣਾਯਾਮ ਕਹਿੰਦੇ ਨੇ। ਇਸ ਅਭਿਆਸ ਦਾ ਮੁੱਖ ਮੰਤਵ ਹੈ ਕਿ ਪ੍ਰਾਣ ਵਾਯੂ ਨੂੰ ਅਪਾਨ ਵਾਯੂ ਧੁਰ ਹੇਠਲੀ ਵਾਯੂ ਨਾਲ ਰਲਾ ਕੇ ਹੌਲੀ ਹੌਲੀ ਉੱਪਰ ਖਿੱਚਿਆ ਜਾਏ। ਇਸ ਤਰ੍ਹਾਂ ਕਰਨ ਨਾਲ ਧੁਨੀ ਦੇ ਕੋਲ ਇਹ ਪ੍ਰਾਣਾਯਾਮ ਦੇ ਰਾਹੀਂ ਕਹਿੰਦੇ ਨੇ ਵੀ ਰਿੱਧੀਆਂ ਸਿੱਧੀਆਂ ਨੇ ਜਿਹੜੀਆਂ ਜਾਗ ਪੈਂਦੀਆਂ ਨੇ। ਪ੍ਰਤਿਆਹਾਰ ਇੰਦਰੀਆਂ ਦਾ ਆਪਣੇ ਆਪ ਕੰਮ ਤੋਂ ਰੁਕਣਾ। ਧਾਰਨਾ ਚਿੱਤ ਨੂੰ ਕਿਸੇ ਥਾਂ ਬੰਨ੍ਹ ਕੇ ਟਿਕਾ ਕੇ ਰੱਖਣਾ। ਧਿਆਨ ਧਾਰਨਾ ਜਦੋਂ ਕੁਝ ਹੱਦ ਤੱਕ ਪੱਕ ਜਾਵੇ ਉਸ ਨੂੰ ਧਿਆਨ ਕਹਿੰਦੇ ਨੇ। ਸਮਾਧੀ ਧਿਆਨ ਤੋਂ ਅਗਲੀ ਅਵਸਥਾ ਹੈ ਜਦੋਂ ਮਨ ਆਪਣਾ ਸਰੂਪ ਭੁੱਲ ਕੇ ਧਿਆਨ ਵਾਲੀ ਚੀਜ਼ ਹੀ ਬਣ ਜਾਣਾ, ਗਿਆਤਾ ਗਿਆਨ ਦਾ ਰੂਪ ਹੀ ਹੋ ਜਾਂਦਾ ਹੈ। ਖਟ ਕਰਮ ਨੇ ਨੀਤੀ ਕਿਹਨੂੰ ਕਹਿੰਦੇ ਨੇ? ਕਹਿੰਦੇ ਕੂਲੇ ਸੂਤਰ ਦਾ 11 ਇੰਚ ਲੰਮਾ ਧਾਗਾ ਲੈ ਕੇ ਇੱਕ ਨਾਸ ਰਾਹੀਂ ਚੜਾ ਕੇ ਮੂੰਹ ਵਿੱਚੋਂ ਦੀ ਕੱਢ ਕੇ ਨਾਸ ਵਿੱਚ ਫੇਰਨਾ, ਇਹਨੂੰ ਕਹਿੰਦੇ ਨੇ ਨੀਤੀ। ਨੱਕ ਨੂੰ ਸਾਫ਼ ਕਰਨਾ ਕੱਪੜੇ ਨਾਲ, ਕੂਲੇ ਧਾਗੇ ਨਾਲ। ਫਿਰ ਇਹੀ ਕਿਰਿਆ ਦੂਜੀ ਨਾਸ ਵਿੱਚ ਵੀ ਕਰਨੀ। ਦੋਨੇ ਨੱਕਾਂ ਨੂੰ ਕਿਸੇ ਕੱਪੜੇ ਨਾਲ ਸਾਫ਼ ਕਰਨਾ, ਇਹਨੂੰ ਕਹਿੰਦੇ ਨੇ ਨੀਤੀ। ਅੱਗੇ ਧੋਤੀ 3 ਇੰਚ ਚੌੜੀ 15 ਹੱਥ ਲੰਮੀ ਨਰਮ ਬਰੀਕ ਕੱਪੜੇ ਦੀ ਟਾਕੀ।
ਭਾਵ ਕਿ ਇੱਕ ਨਰਮ ਕੱਪੜੇ ਦੀ ਟਾਕੀ ਦਾ ਅਰਥ ਹੈ ਲੀਰ। 3 ਇੰਚ ਚੌੜੀ ਹੋਣੀ ਚਾਹੀਦੀ ਹੈ ਘੱਟੋ ਘੱਟ ਉਹ, ਤੇ 15 ਹੱਥ ਲੰਮੀ ਹੋਣੀ ਚਾਹੀਦੀ ਆ। ਇਹਨੂੰ ਕੀ ਕਰਨਾ ਫਿਰ? ਗਿੱਲੀ ਕਰਨਾ, ਗਿੱਲੀ ਕਰਕੇ ਅੰਦਰ ਨਿਗਲ ਲੈਣਾ ਭੋਜਨ ਨਲੀ ਦੇ ਵਿੱਚ, ਫਿਰ ਇਹਨੂੰ ਬਾਹਰ ਕੱਢਣਾ। ਔਖੇ ਬਹੁਤ ਕਰਮ ਨੇ ਇਹ ਬਹੁਤ ਬੰਦਿਆਂ ਦੀ ਜਾਨ ਚਲੀ ਜਾਂਦੀ ਹੈ ਇਹਦੇ ਵਿੱਚ, ਪਰ ਇਹ ਕੋਈ ਜਿਹੜਾ ਅਭਿਆਸ ਕਰਦਾ ਉਹ ਕਰ ਲੈਂਦਾ ਗਾ ਯੋਗੀਆਂ ਦੇ ਵਿੱਚ। ਤੇ ਬਸਤੀ, ਗੁਦਾ ਦੇ ਰਸਤੇ ਪਾਣੀ ਉੱਪਰ ਖਿੱਚ ਕੇ ਬਾਹਰ ਕੱਢਣਾ, ਭਾਵ ਕਿ ਜਿੱਥੋਂ ਮਨੁੱਖ ਆਪਣਾ ਮਲ ਮੂਤਰ ਬਾਹਰ ਕੱਢਦਾ ਹੈ, ਪਚਿਆ ਹੋਇਆ ਵਾਧੂ ਦਾ ਜਿਹੜਾ ਭੋਜਨ ਹੁੰਦਾ ਉਹ ਬਾਹਰ ਕੱਢਦਾ, ਵਿਸ਼ਟਾ ਦੇ ਰੂਪ ਵਿੱਚ ਉਸ ਅੰਗ ਦੇ ਵਿੱਚ ਦੀ ਪਾਣੀ ਉੱਪਰ ਖਿੱਚਣਾ ਤੇ ਬਾਹਰ ਸਿੱਟ ਦੇਣਾ, ਭਾਵ ਕਿ ਆਪਣੀ ਵੱਡੀ ਆਂਦਰ ਨੂੰ ਸਾਫ਼ ਕਰਨਾ। ਇਹਦਾ ਕਰਮ ਇਹ ਆ। ਨਿਉਲੀ, ਨਿਉਲੀ ਕਹਿੰਦੇ ਨੇ ਲੱਕ ਤੇ ਪੇਟ ਸਿੱਧੇ ਰੱਖ ਕੇ, ਝੁਕ ਕੇ, ਹੱਥ ਗੋਡਿਆਂ ਉੱਤੇ ਰੱਖ ਕੇ ਆਂਦਰਾਂ ਨੂੰ ਚੱਕਰ ਦਬਾਣੇ, ਜਿਵੇਂ ਬਾਬਾ ਰਾਮਦੇਵ ਢਿੱਡ ਘਮਾਉਂਦਾ ਹੁੰਦਾ, ਉਹ ਕੁਛ ਕਰਨਾ। ਤਰਾਟਕ, ਨੱਕ ਦੀ ਕੁੰਮਲੀ ਉੱਤੇ ਤਾੜੀ ਲਾਣੀ, ਇਹਨੂੰ ਤਰਾਟਕ ਕਹਿੰਦੇ ਨੇ। ਵੀ ਨੱਕ ਦੀ ਜਿਹੜੀ ਮੂਹਰੇ ਚੁੰਝ ਆ ਇਹਦੇ ਉੱਤੇ ਤਾੜੀ ਸਮਾਧੀ ਲਾ ਕੇ ਰੱਖਣੀ, ਭਾਵ ਕਿ ਟਿਕਾ ਬਣਾ ਕੇ ਰੱਖਣਾ। ਗਜ ਕਰਮ, ਅਗਲਾ ਹੈ ਗਜ ਕਰਮ ਛੇਵਾਂ। ਮੇਦੇ ਨੂੰ ਗਲ ਤੱਕ ਪਾਣੀ ਨਾਲ ਭਰ ਕੇ ਅਤੇ ਭਰਵੱਟਿਆਂ ਦੇ ਵਿਚਕਾਰ ਨਜ਼ਰ ਟਿਕਾ। ਗਜ ਕਰਮ ਕੀ ਆ? ਆਪਣੇ ਅੰਦਰ ਪਾਣੀ ਜ਼ਿਆਦਾ ਪੀ ਕੇ ਗਲ ਤੱਕ ਪਾਣੀ ਜਦੋਂ ਭਰ ਜੇ ਬੰਦਾ, ਬਿਲਕੁਲ ਐਂ ਵੀ ਹੁਣ ਉਲਟੀ ਆਊਗੀ, ਕਹਿੰਦੇ ਉਦੋਂ ਭਰਵੱਟਿਆਂ ਦੇ ਵਿਚਾਰ ਨਜ਼ਰ ਟਿਕਾ ਲੈਣੀ ਆ ਨੱਕ ਦੇ ਕੋਨੇ ਤੇ ਨਜ਼ਰ ਟਿਕਾ ਕੇ ਕਹਿੰਦੇ ਉਲਟੀ ਕਰਨੀ, ਵੀ ਅੰਦਰੋਂ ਸਫਾਈ ਹੋ ਜਾਣੀ। ਇਹ ਸੀ ਯੋਗ ਮਤ ਦੀਆਂ ਜਿਹੜੀਆਂ ਜਾਂ ਕੁਝ ਗੱਲਾਂ ਆਪਾਂ ਵਿਚਾਰੀਆਂ ਨੇ। ਅਗਲੀ ਹੈ ਉਨਮਨੀ ਅਵਸਥਾ ਯੋਗ ਮਤ ਦੇ ਵਿੱਚ। ਉਨਮਨੀ ਅਵਸਥਾ ਕਹਿੰਦੇ ਨੇ ਜਦੋਂ ਨਾੜੀਆਂ ਸਾਫ਼ ਹੋ ਜਾਣ ਤੇ ਸੁਖਮਨਾ ਨਾੜੀ ਖੁੱਲ੍ਹ ਜਾਏ, ਭਾਵ ਕਿ ਇਹ ਜਿਹੜੇ ਖੱਟ ਕਰਮ ਕਰਨ ਤੋਂ ਬਾਅਦ ਜਦੋਂ ਸਾਰਾ ਕੁਝ ਸਾਫ਼ ਹੋ ਜੇ, ਖੁੱਲ੍ਹ ਜੇ, ਯੋਗੀ ਦੇ ਮਨ ਵਿੱਚ ਉਹ ਸ਼ਾਂਤੀ ਪੈਦਾ ਹੋ ਜਾਂਦੀ ਹੈ ਜੋ ਸਮਾਧੀ ਦਾ ਅਤ ਲੋੜੀਂਦਾ ਨਿਸ਼ਾਨਾ ਹੈ। ਉਹ ਸ਼ਾਂਤ ਅਵਸਥਾ ਦਾ ਨਾਮ ਉਨਮਨੀ ਅਵਸਥਾ ਹੈ। ਸਿੱਧੀਆਂ, ਸਿੱਧੀ ਤੋਂ ਭਾਵ ਹੈ ਯੋਗ ਸਾਧਨਾ ਦੁਆਰਾ ਪ੍ਰਾਪਤ ਕੀਤੀਆਂ ਹੋਈਆਂ 8 ਕਰਾਮਾਤੀ ਸ਼ਕਤੀਆਂ। ਸਿੱਧੀਆਂ 8 ਹੁੰਦੀਆਂ ਨੇ, 8 ਸਿੱਧੀਆਂ। ਇਹ ਇਸ ਪ੍ਰਕਾਰ ਹਨ: ਅਣਿਮਾ, ਮਹਿਮਾ, ਲਗਮਾ, ਗਰਿਮਾ, ਪ੍ਰਾਪਤੀ, ਪ੍ਰਾਕਾਮਿਆ, ਇਸਤਾ, ਵਸਤਾ। ਅਣਿਮਾ ਦੂਜੇ ਦਾ ਰੂਪ ਹੋ ਜਾਣਾ ਸਿੱਧੀਆਂ ਦੇ ਵਿੱਚ। ਅਣਿਮਾ ਜਿਹੜੀ ਆ ਪਹਿਲੀ, ਉਹਦਾ ਅਰਥ ਹੈ ਦੂਜੇ ਦਾ ਰੂਪ ਹੋ ਜਾਣਾ, ਭਾਵ ਕਿ ਰੂਪ ਬਟਾ ਲੈਣਾ। ਮਹਿਮਾ ਸਰੀਰ ਨੂੰ ਵੱਡਾ ਕਰ ਲੈਣਾ। ਲਗਮਾ ਸਰੀਰ ਨੂੰ ਛੋਟਾ ਕਰ ਲੈਣਾ। ਗਰਮਾ ਭਾਰੀ ਹੋ ਜਾਣਾ। ਪ੍ਰਾਪਤੀ ਮਨ ਇੱਛਤ ਭੋਗ ਹਾਸਲ ਕਰ ਲੈਣ ਦੀ ਸਮਰੱਥਾ, ਵੀ ਜੋ ਮੈਨੂੰ ਚਾਹੀਦਾ ਉਹ ਪ੍ਰਾਪਤ ਹੋ ਜਾਵੇ, ਇਹਨੂੰ ਕਹਿੰਦੇ ਨੇ ਪ੍ਰਾਪਤੀ। ਇਹ ਸਿੱਧੀਆਂ ਦਾ 9 ਸਿੱਧੀਆਂ ਨੇ। ਛੇਵੀਂ ਹੈ ਪ੍ਰਾਕਾਮਿਆ, ਹੋਰਨਾਂ ਦੇ ਦਿਲ ਦੀ ਜਾਣ ਲੈਣ ਦੀ ਤਾਕਤ। ਇੱਛਤਾ ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ, ਵੀ ਜਿਵੇਂ ਮੈਂ ਕਹਾਂ ਉਵੇਂ ਸਾਰੇ ਕਰਨ। ਵਸਤਾ ਸਭ ਨੂੰ ਵਸ ਵਿੱਚ ਕਰ ਲੈਣਾ, ਵੀ ਇਹ ਮੇਰੇ ਅਧੀਨ ਹੋ ਕੇ ਚੱਲਣ, ਇਹਨੂੰ ਸਿੱਧੀਆਂ ਕਿਹਾ ਜਾਂਦਾ ਹੈ। ਮੁਦਰਾ ਅਤੇ ਬੰਧ, ਅਗਲਾ ਪੁਆਇੰਟ ਹੈ ਮੁਦਰਾ ਅਤੇ ਬੰਧ। ਇਹ ਯੋਗ ਮਤ ਦਾ ਚੱਲ ਰਿਹਾ ਸਾਰਾ ਕੰਸੈਪਟ। ਪ੍ਰਾਣਾਯਾਮ ਦੀ ਸਹਾਇਤਾ ਲਈ ਕੁਝ ਕਿਰਿਆਵਾਂ ਕਰਨੀਆਂ ਪੈਂਦੀਆਂ ਨੇ ਜਿਨ੍ਹਾਂ ਨੂੰ ਮੁਦਰਾ ਅਤੇ ਬੰਧ ਆਖਿਆ ਜਾਂਦਾ ਹੈ। ਮੁਦਰਾ 10 ਹਨ: ਮਹਾਮੁਦਰਾ, ਮਹਾਬੇਦ, ਖੇਚਰੀ, ਭੂਚਰੀ, ਚਾਚਰੀ, ਵਿਪਰੀਤ ਕਰਨੀ, ਬਜਰੌਲੀ, ਸ਼ਕਤੀ ਚਾਲਣ, ਅਗੋਚਰੀ, ਉਨਮਨੀ। ਇਹਦੇ ਵਿੱਚੋਂ ਖੇਚਰੀ ਮੁਦਰਾ ਵਿੱਚ ਯੋਗੀ ਜੀਵ ਨੂੰ ਸੰਗ ਵਿੱਚ ਨਿਗਲ ਲੈਂਦਾ ਹੈ, ਜਿਸ ਕਰਕੇ ਖੁੱਲ੍ਹਾ ਸਾਹ ਆਉਣਾ ਬੰਦ ਹੋ ਜਾਂਦਾ ਹੈ। ਫੇਫੜਿਆਂ ਨੂੰ ਹਵਾ ਨਾਲ ਭਰ ਕੇ ਸਰੀਰ ਦੇ ਸਭ ਛੇਕ ਮੋਮ ਜਾਂ ਰੂੰ ਦੀਆਂ ਬੱਟੀਆਂ ਨਾਲ ਬੰਦ ਕਰ ਦਿੰਦਾ ਹੈ, ਭਾਵ ਕਿ ਨੱਕਾਂ, ਕੰਨਾਂ ਆਦਿਕ ਜਿੰਨੇ ਸਾਡੇ 9 ਦੁਆਰ ਪ੍ਰਗਟ ਕੀਏ ਦੀ ਗੱਲ ਹੈ ਨਾ, ਉਹ 9 ਦੇ 9 ਦਰਵਾਜ਼ੇ ਰੂੰ ਜਾਂ ਲੀਰਾਂ ਦੇ ਨਾਲ ਬੰਦ ਕਰ ਲੈਣੇ, ਇਹਨੂੰ ਖੇਚਰੀ ਕਹਿੰਦੇ ਨੇ। ਭੂਚਰੀ ਪਦਮਾਸਣ ਲਾ ਕੇ ਨੱਕ ਦੀ ਨੋਕ ਉੱਤੇ ਤਾੜੀ ਲਾਉਣੀ। ਚਾਚਰੀ ਅੱਖਾਂ ਤੋਂ 3 ਇੰਚ ਉੱਤੇ ਨਜ਼ਰ ਜਮਾਉਣੀ। ਅੱਖਾਂ ਤੋਂ 3 ਇੰਚ ਉੱਤੇ, ਭਾਵ ਕਿ ਉੱਪਰ ਨੂੰ, ਮੱਥੇ ਦੇ ਉੱਪਰ ਨੂੰ
ਨਜ਼ਰ ਟਿਕਾ ਕੇ ਰੱਖਣੀ। ਬੰਦ 4 ਹਨ: ਮੂਲ ਬੰਦ, ਜਲੰਧਰ ਬੰਦ, ਉਦਿਆਨ ਬੰਦ ਅਤੇ ਮਹਾਂ। ਇਹ 4 ਨੇ। ਮੂਲ ਬੰਦ ਦੇ ਵਿੱਚ ਖੱਬੀ ਅੱਡੀ ਗੁਦਾ ਉੱਤੇ ਅਤੇ ਸੱਜੀ ਲਿੰਗ ਉੱਤੇ ਦਬਾ ਕੇ ਪਦਮ ਆਸਣ ਲਾ ਕੇ ਬੈਠਣਾ, ਗੁਦਾ ਦਾ ਰਸਤਾ ਬੰਦ ਕਰ ਦੇਣਾ ਤਾਂ ਕਿ ਹਵਾ ਬਾਹਰ ਨਾ ਨਿਕਲੇ। ਇਹਨੂੰ ਮੂਲ ਬੰਦ ਕਹਿੰਦੇ ਨੇ। ਅਨਹਦ ਨਾਦ। ਅਨਹਦ ਨਾਦ ਕਿਹਨੂੰ ਕਹਿੰਦੇ ਨੇ? ਕਹਿੰਦੇ ਸੰਗੀਤਮਈ ਆਵਾਜ਼ ਜਾਂ ਆਵਾਜ਼ਾਂ ਜੋ ਜੋਗੀ ਦਸਮ ਦੁਆਰ ਵਿੱਚ ਸੁਣਦੇ ਹਨ, ਉਸ ਨੂੰ ਅਨਹਦ ਨਾਦ ਕਿਹਾ ਜਾਂਦਾ ਹੈ। ਮਨ ਦੀਆਂ ਅੰਦਰਲੀਆਂ ਲਹਿਰਾਂ ਤਰੰਗਾਂ ਨੂੰ ਰੋਕਣ ਲਈ ਗਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਪੂਰਨ ਇਕਾਗਰਤਾ ਪ੍ਰਾਪਤ ਕਰਕੇ ਪ੍ਰਾਪਤੀ ਹੋਣੀ ਮੰਨੀ ਗਈ ਹੈ। ਨਾਦ ਕਹਿੰਦੇ ਨੇ। ਜਿਸ ਵਿੱਚ ਵੀ ਇਹ ਸ਼ਬਦ ਵਰਤੇ ਗਏ ਨੇ, ਪਰ ਬਾਣੀ ਵਿੱਚ ਜਿਹੜਾ ਅਨਹਦ ਹੈ ਤੇ ਉਹ ਹੋਰ ਅਰਥਾਂ ਦੇ ਵਿੱਚ ਹੈ। ਇੱਥੇ ਜਿਹੜੇ ਅਰਥ ਇਹ ਮੰਨਦੇ ਨੇ ਵੀ 10ਵੇਂ ਦੁਆਰ ਦੇ ਵਿੱਚ ਜਾ ਕੇ ਉਹ ਸ਼ਬਦ ਸੁਣਦਾ, ਇਹ ਉਹਦੀ ਗੱਲ ਕਰਦੇ ਆ। ਅਨਹਦ ਨਾਦ ਦੀ ਪ੍ਰਕਿਰਿਆ ਕੀ ਹੈ? ਯੋਗ ਮਤ ਦੇ ਅਨੁਸਾਰ ਰੀੜ੍ਹ ਦੀ ਹੱਡੀ ਨਾੜੀ ਦੇ ਖੱਬੇ ਅਤੇ ਸੱਜੇ 2 ਕਿਸਮ ਦੀਆਂ ਨਾੜੀਆਂ ਚੱਲਦੀਆਂ ਹਨ। ਇਹਨਾਂ ਨੂੰ ਇੜਾ ਤੇ ਪਿੰਗਲਾ ਆਖਦੇ ਹਨ। ਰੀੜ੍ਹ ਦੀ ਹੱਡੀ ਦੇ ਇੱਕ ਸਾਈਡ ਤੇ ਸੱਜੇ ਪਾਸੇ ਤੇ ਖੱਬੇ ਪਾਸੇ 2 ਨਾੜੀਆਂ ਚੱਲਦੀਆਂ, ਇੜਾ ਤੇ ਪਿੰਗਲਾ। ਰੀੜ੍ਹ ਦੀ ਹੱਡੀ ਦੇ ਕੇਂਦਰ ਵਿੱਚ ਇੱਕ ਸੱਖਣੀ ਨਾੜੀ ਵਗਦੀ ਹੈ। ਹੁਣ ਰੀੜ੍ਹ ਦੀ ਹੱਡੀ ਦੇ ਵਿੱਚ ਵੀ ਇੱਕ ਨਾੜੀ ਆ ਜਿਸ ਨੂੰ ਸੁਖਮਣਾ ਨਾੜੀ ਕਹਿੰਦੇ ਨੇ। ਬਿਲਕੁਲ ਬਾਲ ਤੋਂ ਵੀ ਬਰੀਕ ਹੁੰਦੀ ਹੈਗੀ, ਜਿਹਨੂੰ ਰੀੜ੍ਹ ਦੀ ਹੱਡੀ ਦਾ ਧਾਗਾ ਵੀ ਕਿਹਾ ਜਾਂਦਾ। ਜਦੋਂ ਉਹ ਨਾੜੀ ਕਿਤੇ ਕਿਸੇ ਕਾਰਨ ਸੱਟ ਫੇਟ ਕਰਕੇ ਟੁੱਟ ਜਾਵੇ ਨਾ, ਤਾਂ ਮਨੁੱਖ ਦਾ ਰੀੜ੍ਹ ਦੀ ਹੱਡੀ ਤੋਂ ਥੱਲੇ ਵਾਲਾ ਹਿੱਸਾ ਜਿਹੜਾ ਉਹ ਬੰਦ ਹੋ ਜਾਂਦਾ, ਲੱਤਾਂ ਦਾ ਚੱਲਣਾ। ਕਈ ਮਰੀਜ਼ ਇੱਦਾਂ ਦੇ ਮਿਲ ਜਾਂਦੇ ਨੇ। ਨਾੜੀ ਦੇ ਹੇਠਲੇ ਸਿਰੇ ਤੇ ਤਕੋਣੀ ਸ਼ਕਲ ਜਾਂ ਕੁੰਡਲਨੀ ਕਮਲ ਹੈ। ਇੱਥੇ ਸਰਪ ਸ਼ਕਤੀ ਹੈ। ਇਸ ਨੂੰ ਸ਼ਕਤੀਆਂ ਦਾ ਭੰਡਾਰ ਮੰਨਿਆ ਜਾਂਦਾ ਹੈ। ਇਸ ਨੂੰ ਪ੍ਰਾਣਾਯਾਮ ਰਾਹੀਂ ਜਗਾਇਆ ਜਾਂਦਾ ਹੈ। ਡੋਰੀ ਦਾ ਆਰੰਭਕ ਸਿਰਾ ਦਿਮਾਗ ਦੇ ਅੰਦਰ ਹੈ, ਜਿੱਥੇ ਸਹੰਸਰ ਦਲ ਕਮਲ ਮੰਨਿਆ ਗਿਆ ਹੈ। 5 ਕਮਲ ਸ਼ਕਤੀ ਕੇਂਦਰ ਡੋਰੀ ਨਾੜੀ ਦੇ ਹੋਰ ਵੀ ਹਨ, ਜਿਨ੍ਹਾਂ ਚੋਂ ਮੂਲ ਧਾਰਾ ਆਖਰੀ ਹੈ। ਇਹਨਾਂ 6 ਨੂੰ ਹੀ ਜਿੱਤਿਆ ਜਾਣਾ ਹੁੰਦਾ ਹੈ। ਜੋਗੀ ਸਵਾਸਾਂ ਨੂੰ ਸਹਿਜੇ ਸਹਿਜੇ ਤੋਲ ਤਾਲ ਰੈਥਮ ਨਾਲ ਖੱਬੀ ਸੁਰ ਇੜਾ ਰਾਹੀਂ ਫੇਫੜਿਆਂ ਦੇ ਅੰਦਰ ਲਿਜਾਂਦਾ ਹੈ ਤੇ ਨਾਲ ਹੀ ਆਪਣੇ ਮਨ ਨੂੰ ਡੋਰੀ ਦੇ ਖੱਬੇ ਮਾਰਗ ਇੜਾ ਦੀ ਨਾਸ ਧਾਰਾ ਨਰਵ ਕਰੰਟ ਵਿੱਚ ਟਿਕਾਉਂਦਾ ਹੈ, ਜਿਹਨੂੰ ਨਰਵਸ ਸਿਸਟਮ ਕਹਿੰਦੇ ਆ। ਇਸ ਤਰ੍ਹਾਂ ਉਹ ਨਸ ਧਾਰਾ ਨੂੰ ਅਗਾਂਹ ਤੋਰਦਾ ਹੋਇਆ ਇਸ ਨੂੰ ਕੁੰਡਲਨੀ ਕਮਲ ਉੱਤੇ ਜ਼ੋਰ ਨਾਲ ਟਿਕਾਉਂਦਾ ਹੈ। ਫਿਰ ਕੁਝ ਚਿਰ ਉੱਥੇ ਰੁਕ ਕੇ ਇਸ ਨੂੰ ਸਵਾਸਾਂ ਦੇ ਨਾਲ ਹੀ ਪਿੰਗਲਾ ਰਾਹੀਂ ਬਾਹਰ ਕੱਢ ਦਿੰਦਾ ਹੈ। ਫਿਰ ਸੱਜੀ ਸੁਰ ਨਾਸ ਤੋਂ ਸ਼ੁਰੂ ਕਰਦਾ ਹੈ। ਪਹਿਲਾਂ ਦੀ ਤਰ੍ਹਾਂ ਸੁਖਣਾ ਅੰਦਰ ਸਿਰੇ ਤੇ ਰੋਕਦਾ ਹੈ ਤੇ ਮੁੜ ਖੱਬੀ ਸੁਰ ਰਾਹੀਂ ਬਾਹਰ ਕੱਢਦਾ ਹੈ। ਜੋਗੀ ਦਾ ਇਹ ਦਾਅਵਾ ਹੈ ਕਿ ਦਿਮਾਗ ਦਾ ਉਹ ਕੇਂਦਰ ਜੋ ਫੇਫੜਿਆਂ ਦੀ ਚਾਲ ਨੂੰ ਕੰਟਰੋਲ ਕਰਦਾ ਹੈ, ਹੋਰ ਥਾਵਾਂ ਤੇ ਵੀ ਅਸਰ ਅੰਦਾਜ਼ ਹੁੰਦਾ ਹੈ। ਇਸ ਅਭਿਆਸ ਨਾਲ ਕੁੰਡਲਨੀ ਖੁੱਲ੍ਹ ਜਾਂਦੀ ਹੈ। ਹੈਰ ਤੇ ਗੁਪਤ ਸ਼ਕਤੀਆਂ ਉਤੇਜਿਤ ਹੋ ਜਾਂਦੀਆਂ ਹਨ। ਸੁਖਮਨਾ ਦੀ ਗੁੰਝਲ ਖੁੱਲ੍ਹਣ ਨਾਲ ਹੀ ਸਹੰਸਰ ਦਲ ਕਮਲ ਖਿੜਦਾ ਹੈ। ਅਨਹਦ ਸ਼ਬਦ ਵੱਜਦਾ ਹੈ, ਜਿਸ ਨੂੰ ਸੁਣਨ ਤੇ ਉਸ ਵਿੱਚ ਖੀਵੇ ਹੋਣ ਦੀ ਵਡਿਆਈ ਬੜੀ ਮਹਾਨ ਹੈ। ਯੋਗ ਦੀਆਂ ਕਿਸਮਾਂ। ਯੋਗ ਦੀਆਂ 4 ਕਿਸਮਾਂ ਨੇ: ਮੰਤਰ ਯੋਗ, ਲੈ ਯੋਗ, ਰਾਜ ਯੋਗ ਤੇ ਹਠ ਯੋਗ। ਮੰਤਰ ਯੋਗ ਹੈ ਕਿਸੇ ਦੇਵਤੇ ਦੇ ਨਾਂ ਦਾ ਜਾਂ ਕਿਸੇ ਹੋਰ ਸ਼ਬਦ ਦਾ ਇੱਕ ਰਸ ਦਿਲ ਲਗਾ ਕੇ ਜਾਪ ਕਰਨਾ, ਮੰਤਰ ਕਰਨਾ। ਲੈ ਯੋਗ। ਲੈ ਯੋਗ ਕਿਸੇ ਚੀਜ਼ ਜਾਂ ਉਸ ਦੇ ਖਿਆਲ ਉੱਤੇ ਅਜਿਹਾ ਮਨ ਜਮਾਉਣਾ ਕਿ ਉਸ ਨਾਲ ਇੱਕ ਰੂਪ ਹੋ ਜਾਏ, ਇਹਨੂੰ ਕਹਿੰਦੇ ਨੇ ਲੈ ਯੋਗ। ਰਾਜ ਯੋਗ ਸਾਹ ਨੂੰ ਇਸ ਤਰ੍ਹਾਂ ਰੋਕਣਾ ਕਿ ਉਸ ਨਾਲ ਮਨ ਦੀ ਦੌੜ ਮੁੱਕ ਜਾਏ। ਅੱਗੇ ਹਠ ਯੋਗ ਕਈ ਤਰ੍ਹਾਂ ਦੇ ਆਸਣ ਕਰਕੇ ਮਨ ਦੀ ਸਥਿਰਤਾ ਹਾਸਲ ਕਰਨੀ, ਇਹਨੂੰ ਕਹਿੰਦੇ ਨੇ ਹਠ ਯੋਗ, ਹਠ ਕਰਨਾ। ਸੋ ਇਹ ਯੋਗ ਬਾਰੇ ਕੁਝ ਗੱਲਾਂ ਸਨ। ਕੱਲ੍ਹ ਨੂੰ ਤਕਰੀਬਨ 11 ਵਜੇ, ਸਵੇਰੇ 11 ਵਜੇ ਆਪਾਂ ਫਿਰ ਸਿੱਧ ਗੋਸ਼ਟ ਬਾਣੀ ਦੀ ਅੱਗੇ ਸਿੱਧ ਗੋਸ਼ਟ ਬਾਣੀ ਕਿੱਥੇ ਹੋਈ, ਪਹਿਲਾਂ ਇਹਦੇ ਬਾਰੇ ਥੋੜ੍ਹੀ ਵਿਚਾਰ ਚਰਚਾ, ਫਿਰ ਸਿੱਧ ਗੋਸ਼ਟ ਬਾਣੀ ਦੀ ਵਿਚਾਰ ਆਰੰਭ ਕਰਾਂਗੇ, ਜਿਹਦੇ ਵਿੱਚ
ਗੁਰੂ ਸਾਹਿਬ ਵੱਲੋਂ ਵਰਤੀਆਂ ਗਈਆਂ ਪੌੜੀਆਂ ਦੀ ਪਾਠ, ਵਿਸਰਾਮਾਂ ਸਹਿਤ, ਵਿਆਕਰਨਕ ਰੂਪ ਤੇ ਪਦ ਅਰਥ ਤੇ ਵਿਆਖਿਆ ਸੰਖੇਪ ਸਟੀਕ ਭਾਸ਼ਾ ਦੇ ਵਿੱਚ ਆਪਾਂ ਸਿਰਫ ਸਟੀਕ ਵਿਚਾਰ ਕਰਾਂਗੇ ਤਾਂ ਕਿ ਸਾਨੂੰ ਥੋੜ੍ਹੇ ਸਮੇਂ ਵਿੱਚ ਸੌਖੀ ਸਮਝ ਆ ਸਕੇ। ਸੋ ਆਪ ਸਮੂਹ ਸੰਗਤਾਂ ਦਾ ਧੰਨਵਾਦ, ਜਿੱਥੇ ਤੱਕ ਵੀ ਆਵਾਜ਼ ਗਈ ਸੁਣ ਰਹੇ ਹੋ, ਸੁਣੋਗੇ। ਸੋ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਇਹਨਾਂ ਜਿਹੜੀ ਬਿਮਾਰੀ ਦੇ ਵਿੱਚ ਅੱਜ ਸੰਸਾਰ ਜੂਝ ਰਿਹਾ, ਇਹਦੇ ਵਿੱਚੋਂ ਕੁਝ ਸਮਾਂ ਆਪਾਂ ਗੁਰਬਾਣੀ ਵਿਚਾਰ ਦੇ ਵਿੱਚ ਜੋੜ ਸਕੀਏ। ਉਹ ਗੁਰੂ ਸਾਹਿਬ ਦੀਆਂ ਬਾਣੀਆਂ ਜਿਹੜੀਆਂ ਕਦੇ ਸਾਨੂੰ ਸੁਣਨਾ ਨਸੀਬ ਵੀ ਨਹੀਂ ਹੋਇਆ, ਉਹਨਾਂ ਬਾਣੀਆਂ ਦੀ ਵਿਚਾਰ ਸੰਖੇਪ ਰੂਪ ਦੇ ਵਿੱਚ ਆਪਾਂ ਸੁਣ ਸਕੀਏ ਅਤੇ ਉਹਨੂੰ ਵਿਚਾਰ ਸਕੀਏ, ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਹੜੀ ਕਿਹੜੀ ਬਾਣੀ ਕਿਵੇਂ ਕਿਵੇਂ ਕਦੋਂ ਕਦੋਂ ਅਤੇ ਕੀ ਕੀ ਕਾਰਨਾਂ ਦੇ ਵਿੱਚ ਦਰਜ ਕੀਤੀ ਗਈ ਹੈ। ਸੋ ਘਰਾਂ ਦੇ ਵਿੱਚ ਰਹੋ, ਸਾਵਧਾਨੀ ਵਰਤੋ ਅਤੇ ਮਨ ਨੂੰ ਮਜ਼ਬੂਤ ਬਣਾ ਕੇ ਰੱਖੋ ਤਾਂ ਕਿ ਇਸ ਕਰੋਨਾ ਵਰਗੇ ਵਾਇਰਸ ਨੂੰ ਅਸੀਂ ਮਾਤ ਪਾ ਸਕੀਏ। ਜੇ ਕੋਈ ਭੁੱਲ ਰਹਿ ਗਈ ਹੋਵੇ ਤਾਂ ਆਪ ਸੰਗਤਾਂ ਸੁਝਾਅ ਜ਼ਰੂਰ ਭੇਜਿਓ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਉਹਨਾਂ ਨੂੰ ਵੀ ਹੱਲ ਕੀਤਾ ਜਾ ਸਕੇ। ਜੇ ਕਿਸੇ ਵੀਰ ਦਾ ਕੋਈ ਸਵਾਲ ਵੀ ਹੋਵੇ ਤਾਂ ਉਹ ਵੀ ਜ਼ਰੂਰ ਕੰਟੈਕਟ ਨੰਬਰ ਦਿੱਤਾ ਗਿਆ WhatsApp 'ਤੇ ਉੱਤੇ ਤੁਸੀਂ ਮੈਸੇਜ ਵੀ ਛੱਡ ਸਕਦੇ ਹੋ।